ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਗੁਰਸਿੱਖ ਸਾਧ ਸੰਗਤ ਜੀਓ, ਵਡਭਾਗੀ ਹੋ। ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਆਪਣੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤਾ ਤੇ ਅਸੀਂ ਗੁਰੂ ਚਰਨਾਂ ਦੇ ਵਿੱਚ ਆਣ ਕੇ ਜੁੜੇ ਹਾਂ। ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਇਹ ਦਾਤ ਪ੍ਰਾਪਤ ਨਹੀਂ ਹੁੰਦੀ। ਅੰਮ੍ਰਿਤ ਵੇਲੇ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹਨ। ਆਪਣੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਬੇਅੰਤ ਬੇਅੰਤ ਗੁਰਸਿੱਖ ਸੰਗਤਾਂ ਲਾਹੇ ਲੈ ਰਹੀਆਂ ਹਨ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਆਰੰਭ ਹੈ। ਰਾਗ ਮਾਰੂ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦਾ ਅੱਜ ਤੀਸਰਾ ਪਦ ਹੈ, ਜਿਸ ਪਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਪ ਜੀ ਨੇ ਅੰਮ੍ਰਿਤ ਬਚਨ ਸਰਵਣ ਕੀਤੇ ਹਨ। ਪਸ ਪੰਖੀ ਭੂਤ ਅਰ ਪ੍ਰੀਤਾ, ਬਹੁ ਬਿਦ ਜੋਨੀ ਫਿਰਤ ਅਨੇਤਾ। ਇਹ ਜੀਵ ਪੰਛੀਆਂ, ਪਸ਼ੂਆਂ, ਭੂਤਾਂ, ਪ੍ਰੇਤਾਂ ਇਤਿਆਦਿਕ ਕਈ ਦੁਨੀਆਂ ਦੇ ਵਿੱਚ ਕਈ ਤਰੀਕਿਆਂ ਨਾਲ ਫਿਰਦਾ ਹੈ। ਹਮੇਸ਼ਾ ਅਗਿਆਨੀ ਜੀਵ ਇਹਨਾਂ ਦੁਨੀਆਂ ਵਿੱਚ ਭਟਕਦਾ ਹੈ। ਇਹ ਮਨੁੱਖਾ ਜਨਮ ਸਾਨੂੰ ਕਈ ਦੁਨੀਆਂ ਵਿੱਚ ਭਟਕਣ ਤੋਂ ਬਾਅਦ ਮਿਲਿਆ ਹੈ। ਇਸੇ ਕਰਕੇ ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਬਚਨ ਕਈ ਵੇਰਾ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੇ ਹਨ। ਮਹਾਰਾਜ ਕਹਿੰਦੇ ਹਨ, ਫਿਰਤ ਫਿਰਤ ਬਹੁਤੇ ਯੁਗ ਹਾਰਿਓ, ਮਾਨਸ ਦੇ ਲਹੀ। ਕਈ ਯੁਗ ਬਹੁਤ ਲੰਬਾ ਸਮਾਂ ਦੁਨੀਆ ਵਿੱਚ ਫਿਰਦਿਆਂ ਫਿਰਦਿਆਂ ਹਾਰ ਹੀ ਗਏ ਸਾਂ, ਥੱਕ ਹੀ ਗਏ ਸਾਂ।
ਹੁਣ ਕਿਤੇ ਜਾ ਕੇ ਇਹ ਮਨੁੱਖਾ ਜਨਮ ਮਿਲਿਆ ਹੈ। ਮਨੁੱਖਾ ਜਨਮ ਵੀ ਜੂਨੀ ਹੀ ਹੈ। 84 ਲੱਖ ਜੂਨਾਂ ਵਿੱਚੋਂ ਮਨੁੱਖਾ ਜਨਮ ਵੀ ਇੱਕ ਜੂਨੀ ਹੀ ਹੈ। ਬਸ ਫਰਕ ਇਹ ਹੈ ਕਿ ਸਰਦਾਰ ਜੂਨ ਹੈ, ਬਾਕੀ ਸਾਰੀਆਂ ਜੂਨੀਆਂ ਦੀ ਇਹ ਮਨੁੱਖਾ ਜੂਨੀ ਸਰਦਾਰ ਹੈ, ਰਾਜਾ ਜੂਨੀ ਹੈ। ਜਿਵੇਂ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ, ਉਹ ਵੀ ਦੇਸ਼ ਦਾ ਹੀ ਵਾਸੀ ਹੈ, ਉਹ ਵੀ ਉਸੇ ਦੇਸ਼ ਦਾ ਹੀ ਵਾਸੀ ਹੁੰਦਾ ਹੈ, ਉਹ ਵੀ ਮਨੁੱਖ ਹੀ ਹੁੰਦਾ ਹੈ। ਉਸ ਦਾ ਜਨਮ ਵੀ ਬਾਕੀ ਦੇ ਬੰਦਿਆਂ ਵਾਂਗ ਹੀ ਹੋਇਆ ਹੁੰਦਾ ਹੈ। ਉਸ ਦਾ ਰਹਿਣ ਸਹਿਣ ਵੀ ਬਾਕੀਆਂ ਵਰਗਾ ਹੀ ਹੁੰਦਾ ਹੈ। ਫਰਕ ਇਹ ਕਿ ਉਹ ਮੁਖੀ ਹੁੰਦਾ ਹੈ, ਉਹ ਆਗੂ ਹੁੰਦਾ ਹੈ। ਇਸੇ ਤਰ੍ਹਾਂ ਮਨੁੱਖਾ ਜਨਮ ਇਹ ਵੀ ਇੱਕ ਜੂਨੀ ਹੈ, ਪਰ ਸ਼੍ਰੋਮਣੀ ਹੈ। ਮਨੁੱਖ ਹਰੇਕ ਜੂਨੀ ਨੂੰ ਆਪਣੇ ਅਨੁਸਾਰ ਚਲਾ ਸਕਦਾ ਹੈ, ਲੇਕਿਨ ਕੋਈ ਜੂਨੀ ਮਨੁੱਖ ਨੂੰ ਆਪਣੇ ਅਨੁਸਾਰ ਨਹੀਂ ਚਲਾ ਸਕਦੀ। ਸ਼ੇਰ ਕਿੰਨਾ ਤਾਕਤਵਰ ਹੁੰਦਾ, ਪਰ ਉਹ ਬੰਦੇ ਤੋਂ ਕੰਮ ਨਹੀਂ ਲੈ ਸਕਦਾ। ਲੇਕਿਨ ਬੰਦਾ ਹੈ ਜਿਹੜਾ ਸ਼ੇਰ ਤੋਂ ਵੀ ਕੰਮ ਲੈ ਲੈਂਦਾ ਹੈ। ਸਰਕਸ ਵਿੱਚ ਸ਼ੇਰ ਨੂੰ ਨਚਾ ਦਿੰਦਾ ਹੈ। ਹਾਥੀ ਕਿੰਨਾ ਤਾਕਤਵਰ ਹੁੰਦਾ ਹੈ, ਲੇਕਿਨ ਹਾਥੀ ਕਿਸੇ ਬੰਦੇ ਤੋਂ ਕੰਮ ਨਹੀਂ ਲੈ ਸਕਦਾ, ਪਰ ਬੰਦਾ ਹੈ ਜਿਹੜਾ ਹਾਥੀ ਤੋਂ ਕੰਮ ਲੈ ਲੈਂਦਾ ਹੈ। ਕੋਈ ਵੀ ਇਹੋ ਜਿਹੀ ਜੂਨੀ ਨਹੀਂ ਜਿਹੜੀ ਬੰਦੇ ਤੋਂ ਕੰਮ ਲੈ ਲਵੇ। ਇਹ ਬੰਦਾ ਹੈ ਜਿਹੜਾ ਹਰੇਕ ਜੂਨੀ ਤੋਂ ਕੰਮ ਲੈ ਲੈਂਦਾ ਹੈ। ਮਨੁੱਖਾ ਜੂਨੀ ਤੋਂ ਬਿਨਾਂ, ਇਸ ਮਨੁੱਖ ਤੋਂ ਬਿਨਾਂ ਸੰਸਾਰ ਦੇ ਜਿੰਨੇ ਪਦਾਰਥ ਨੇ ਉਹ ਕੋਈ ਹੋਰ ਜੂਨੀ ਵਰਤ ਹੀ ਨਹੀਂ ਸਕਦੀ, ਪੈਦਾ ਹੀ ਨਹੀਂ ਕਰ ਸਕਦੀ ਤੇ ਵਰਤ ਵੀ ਨਹੀਂ ਸਕਦੀ। ਇੱਕ ਮਨੁੱਖ ਹੈ ਜਿਹੜਾ ਸੰਸਾਰ ਦੇ ਹਰ ਪਦਾਰਥ ਨੂੰ ਪੈਦਾ ਕਰ ਸਕਦਾ, ਫਿਰ ਉਹਨੂੰ ਵਰਤ ਸਕਦਾ। ਹੁਣ ਦੇਖੋ, ਸ਼ੇਰ ਦੇ ਪੰਜਿਆਂ ਵਿੱਚ ਕਿੰਨੀ ਜਾਨ ਹੁੰਦੀ ਹੈ, ਪਰ ਵਿਚਾਰਾ ਸ਼ੇਰ ਧਰਤੀ ਨੂੰ ਖੋਦ ਕੇ ਉਹਦੇ ਵਿੱਚੋਂ ਪਾਣੀ ਨਹੀਂ ਕੱਢ ਸਕਦਾ, ਧਰਤੀ ਵਿੱਚੋਂ ਤੇਲ ਨਹੀਂ ਕੱਢ ਸਕਦਾ। ਇਹ ਮਨੁੱਖ ਹੈ। ਮੀਂਹ ਪਵੇਗਾ, ਤਲਾਬ ਭਰੇਗਾ, ਵਿਚਾਰਾ ਸ਼ੇਰ ਜਾ ਕੇ ਪਾਣੀ ਪੀ ਲਵੇਗਾ, ਕਿਸੇ ਨਦੀ ਤੋਂ ਪਾਣੀ ਪੀ ਲਵੇਗਾ। ਏਦਾਂ ਨਹੀਂ ਹੋਊਗਾ ਕਿ ਸ਼ੇਰ ਕਹੇ ਮੇਰੇ ਪੰਜਿਆਂ ਵਿੱਚ ਇੰਨੀ ਜਾਨ ਹੈ, ਮੈਂ ਆਪਣੇ ਘੁਰਨੇ ਦੇ ਅੱਗੇ ਇੱਕ ਖੂਹ ਪੁੱਟ ਲਵਾਂ। ਨਾ, ਕਰ ਹੀ ਨਹੀਂ ਸਕਦਾ ਵਿਚਾਰਾ। ਸੋਨਾ ਮਨੁੱਖ ਪਹਿਨ ਸਕਦਾ ਹੈ, ਕਿੰਨੀਆਂ ਸੋਨੇ ਦੀਆਂ ਖਾਣਾਂ ਨੇ। ਸ਼ੇਰ ਨਹੀਂ ਕੱਢ ਸਕਦਾ, ਹਾਥੀ ਨਹੀਂ ਕੱਢ ਸਕਦਾ, ਲੇਕਿਨ ਬੰਦਾ ਹੈ ਜਿਹੜਾ ਸੋਨੇ ਦੀਆਂ ਖਾਣਾਂ ਖੋਦ ਕੇ ਸੋਨਾ ਕੱਢ ਲੈਂਦਾ ਹੈ। ਕੋਈ ਜਾਨਵਰ ਕਦੇ ਸੋਨੇ ਦੇ ਗਹਿਣੇ ਨਹੀਂ ਪਾ ਸਕਦਾ, ਬੰਦਾ ਪਾ ਸਕਦਾ। ਹਰ ਚੀਜ਼ ਬੰਦਾ ਕੱਢ ਸਕਦਾ ਅਤੇ ਉਸ ਨੂੰ ਵਰਤ ਸਕਦਾ। ਲੋਹਾ, ਚਾਂਦੀ, ਜੋ ਕੁਛ ਵੀ ਹੈ ਦੁਨੀਆ ਤੇ ਸਭ ਮਨੁੱਖ ਵਰਤ ਸਕਦਾ। ਜਾਨਵਰ ਕਦੇ ਫਲ ਫਰੂਟ ਦਾ ਆਨੰਦ ਨਹੀਂ ਲੈ ਸਕਦਾ। ਸ਼ੇਰ ਵਿਚਾਰਾ ਹਮੇਸ਼ਾ ਮਾंस ਖਾਂਦਾ ਆਇਆ, ਮਾंस ਹੀ ਖਾਵੇਗਾ। ਇਹ ਨਹੀਂ ਕਿ ਉਹ ਕਦੇ ਸੇਬ ਖਾ ਲਏਗਾ, ਕਦੇ ਸੰਤਰੇ ਖਾ ਲਏਗਾ। ਇਹ ਨਹੀਂ ਕਿ ਉਹ ਕਦੇ ਕੇਲਾ ਚੁੱਕ ਕੇ ਖਾ ਲਏਗਾ। ਨਾ, ਜਾਂ ਉਹ ਕਹੇ ਵੀ ਨਹੀਂ ਹੁਣ ਮੈਂ ਰੋਟੀ ਨਹੀਂ ਖਾਣੀ, ਮੈਂ ਹੁਣ ਸਲਾਦ ਹੀ ਖਾਣਾ, ਕਰ ਨਹੀਂ ਸਕਦਾ। ਉਹਨੂੰ ਮਾंस ਖਾਣਾ ਹੀ ਪੈਣਾ। ਜਦੋਂ ਦਾ ਸ਼ੇਰ ਪੈਦਾ ਹੋਇਆ ਉਦੋਂ ਦਾ ਮਾंस ਖਾਂਦਾ, ਹੁਣ ਵੀ ਖਾਂਦਾ, ਅਗਾਂਹ ਵੀ ਖਾਂਦਾ ਰਹੇਗਾ। ਬੰਦਾ ਜਿਹੜਾ ਆਪਣੀ ਖੁਰਾਕ ਬਦਲ ਸਕਦਾ ਹੈ। ਬਾਕੀ ਦੀਆਂ ਜੂਨੀਆਂ ਆਪਣੀ ਖੁਰਾਕ ਨਹੀਂ ਬਦਲ ਸਕਦੀਆਂ, ਲੇਕਿਨ ਬੰਦਾ ਬਦਲ ਸਕਦਾ ਹੈ। ਬੰਦਾ ਆਪਣੀ ਮਰਜ਼ੀ ਨਾਲ ਕਹੇ ਮੈਂ ਸਵੇਰੇ ਇਹ ਖਾਣਾ, ਦੁਪਹਿਰੇ ਇਹ ਖਾਣਾ, ਸ਼ਾਮ ਨੂੰ ਇਹ ਖਾਣਾ, ਕਰ ਸਕਦਾ। ਬੰਦਾ ਕਰ ਸਕਦਾ ਕਿ ਮੈਂ
सवेरे फलानी थां जाके खाना, दोपहरे फलानी थां जाके खाना, शाम नूं किते होर जाके खाना खा सकदा, पर होर कोई जूनी, कोई जानवर, कोई पशु, कोई पंछी नहीं कर सकता। इसलिए बंदा सारिया जूनिया की सरदार जूनी है। महाराज कहते हैं अवर जौन तेरी पनिहारी, इस धरती में तेरी सिकदारी। बंदे की सरदारी है। पूरी धरती के उपर जे राज है तो बंदे का है, किसी पशु का नहीं है, बंदे का राज है। लेकिन है ये भी जोनी, ये भी जोनी है। इनू ये जिहड़ी मनुखा जन्म की पदवी मिली है, ये बहुत लंबा सफर करके मिली है। ये मनुखा जन्म एक पदवी है, पदवी। गुरबाणी विच मनुखा जन्म नूं पदवी क्या है, अब मोहे जीवन पदवी पाई। एक पद है, मानस दे पाए पद हर भज, नानक बाद बताए। एक पद है, एक पदवी है। पदवी का अर्थ हुंदा कुछ फर्ज ने। पदवी का अर्थ ये नहीं हुंदा कि मैनू पदवी मिल गई, मैं वोटां विच जित गया, मैनू तख्त मिल गया, मैनू कुर्सी मिल गई ना। पदवी का अर्थ हुंदा कि बाकियां नालों मेरे हुण कुछ फर्ज अलग हैं, मैं हुण अपने फर्ज पूरे करने हैं। पदवी का अर्थ ये नहीं कि पदवी हासिल कर ली हुण मैं 2 4 6 बंदियां ते रोह पावां, हुण मैं जो मर्जी करा ना। पदवी का अर्थ हुंदा मेरे हुण कुछ फर्ज ने, मैं अपने फर्ज निभाने हैं। अगर पदवीदार अपने फर्जां नूं समझदा है, अपने फर्ज ठीक ढंग नाल निभाउंदा है तो पदवीदार है। अगर वो अपने फर्ज नहीं निभाउंदा वो कोई पदवीदार नहीं है। मनुखा जन्म एक पदवी है, इहदे कुछ फर्ज ने, इहदे अपने प्रति कुछ फर्ज ने, अपने परिवार प्रति कुछ फर्ज ने, समाज प्रति कुछ फर्ज ने, कौम प्रति कुछ फर्ज ने, दूसरियां जूनियां प्रति कुछ फर्ज ने, इहदे कुछ फर्ज ने। ये मनुख है जिहड़ा दूसरियां जूनियां की सेवा कर सकता है, लेकिन कोई जूनी सेवा नहीं कर सकती। लेकिन हो उल्ट रहा है। अजकल कुत्ते बंदे की सेवा करते हैं, पर बंदा कदे किसी कुत्ते की सेवा नहीं करता। इदां दी हालत हुई पई है, अजकल इदां दी हालत हुई पई है। हैरानगी, कुत्ते चोर फड़ते हैं तो फड़ते कि उन्होंने बंदे नूं। चोर कौन हुंदा जी? बंदा। तो फड़ते कौन ने? कुत्ते। कुत्ते डरगियां नूं फड़ते हैं, डरगी कौन हुंदा? बंदा। तो फड़दा कौन? कुत्ता। किड्डे कमाल की गल है। फिर बंदे नालों ते कुत्ता चंगा होया जिहड़ा चोर नूं फड़दा, बंदे नालों ते फिर कुत्ता ही चंगा होया जिहड़ा किसी डरगी नूं फड़दा। क्योंकि बंदा अपने फर्ज भुली जा रहा है। बंदा ये भुल गया कि मेरे कोल कोई पदवी है, मेरे कुछ फर्ज ने, मैं अपने फर्ज सही ढंग नाल निभाउणे ने। जानवर अपने फर्ज निभाते हैं। कदे किसी घोड़े नूं ये सिखालना नहीं पैंदा कि घोड़िया तेरा फर्ज है, तू अपनी पिठ ते अपने मालक नूं बैठा के ले जाना है। घोड़ियां वास्ते कोई स्कूल नहीं, कोई कॉलेज नहीं। घोड़ियां नूं पता है कि मैं अपने मालक नूं अपनी पिठ ते बैठालना ते जिथे वो चाहे मैं लेके जाना, उसदा फर्ज है। कदे किसी ने गऊ नूं, मझ नूं नहीं सिखाया कि तुहाडा फर्ज है दुध देना। नहीं, वो दे रही ने, गाइयां दुध दे रही ने, मझ दुध दे रही है। कदे किसी ने बल्द नूं सिखाया कि भाई बल्द जी तुहाडा काम है हल वाहना ना, वो हल वाह रहा है। हर जूनी आपो अपना फर्ज निभा रही है। घर विच रखिया होया कूकर, उन्होंने कदे किसी ने सिखाया कि जदों चोर आवे तो भौंकना ना, वो अपना फर्ज निभा रहे। उन्होंने पता कि जे मेरे मालक ने मैनू रखिया तो किसी चोर ने आया मैनू भौंकना मेरा फर्ज है। हर जूनी अपना फर्ज निभा रही है, पर नहीं निभा रहा तो बंदा नहीं निभा रहा। बंदा अपना फर्ज नहीं निभा रहा, बंदा अपने फर्ज भुल गया है। पशु बंदे प्रति अपने फर्ज निभा रहे ने,
पर किड्डे कमाल की गल है, बंदा अपने फर्ज भुल गया, अपने फर्ज भुल गया। माँ अपनी संतान प्रति फर्ज भुल गई कि मैं अपने संतान नूं, अपने बच्चों नूं किहो जी सिक्ख्या देनी है, मैं इन्हां नूं किहो जिहा बनाना है, भुल गई वो। एक बाप अपने बच्चों प्रति फर्ज भुल गया, बच्चे अपने माँ बाप प्रति फर्ज भुल गए। सब आपो अपने फर्ज भुली जा रहे हैं, सब ऐश प्रस्तियां में फसी जा रहे हैं, सब फैशनबाजियां में फसी जा रहे हैं, सब मनमानियां करी जा रहे हैं, आप होदरे हुई जा रहे हैं। असी अपने समाज प्रति फर्ज भुल गए, अपने परिवार प्रति फर्ज भुल गए, अपने देश कौम प्रति फर्ज भुल गए। असी फर्ज भुली जा रहे हाँ। जीवन एक पदवी है, मनुखा जन्म एक पदवी है, असी अपने फर्जां नूं समझना है। महाराज कहते हैं अगे तू पता नहीं किन्नियां को दुनिया विचों भटक के इस पदवी ते पहुंचा है, तैनूं ये पदवी मिली है। अगर तू हुण अपने फर्ज ना समझे, अगर तू हुण अपने फर्ज ना निभाए, मुड़ उसी आवागमन के चक्कर विच पै जावेगा। मुड़ असी दुनिया विच क्यों भटकते हैं, इसदा कारण सतगुरु जी ने दसिया है। सच्चे पातशाह कहते हैं असी जिउंदे ही वो दुनिया भोग रहे हाँ। जिउंदे असी सोचते हैं कि दुनिया भोग आए हैं, मरण तो बाद फिर दुनिया भोगनी आ। पर गुरु जी कहते हैं तुसी जिउंदे ही, मनुखा जन्म दे विच ही तुसी ओही दुनिया भोग रहे हो तुसी बंदे, लेकिन जून तुसी पशुआं पंछियां वाली भोग रहे हो। इसदा जिक्र गुरु अर्जन देव महाराज जी ने सहजकृति विच कीता है। सतगुरु जी कहते ने गुर मंत्र हीन स्या जो प्राणी, त्रिघंत जन्म प्रश्न है। गुर मंत्र, गुरु दा मंत्र, गुरु दा उपदेश, गुरु दी सिक्ख्या, गुरु दी बाणी। गुर मंत्र हीन स्या जो प्राणी, जो बंदा गुरु दे उपदेश तो हीना है, जो बंदा गुरु दी बाणी नालों टुटा होया है, जो श्री गुरु ग्रंथ साहब तो दूर है, जिहड़ा श्री गुरु ग्रंथ साहब जी दी बाणी नालों टुटा होया है, त्रिघंत जन्म भ्रष्ट है, उहदा जन्म फिटकार योग है, भ्रष्टिया होया है। गुरु जी कहते ने वो गुरु उपदेश तो हीना मनुख जिउंदा ही दुनिया भोग रहा। किहड़ियां? कूकर है, सूकर है, गर्दब है, कक है, सरपन है, तुल खल है। वो मूर्ख कूकर है कुत्तियां वांग, सूकर है सूर, गर्दब है गधे, कक है कां, सरपन है सर्प, इन्हां दे बराबर दुनिया भोग रहा है। मनुख कई बार जिउंदा ही कूकर कुत्ते वाली जून भोग रहा हुंदा है। कूकर का सुभाव हुंदा लोभी। गुरबाणी विच कूकर दे दो तरह के सुभाव दसे ने। एक सुभाव हुंदा वफादारी वाला, स्वामी कोगरै ज्यों सदा, स्वांग तजत नहीं नित, नानक ए बिध हर भजो, एक मन होए एक चित। वफादारी, कूकर अपने मालक का वफादार भी हुंदा, लेकिन कूकर दे विच एक औगण हुंदा लोभ। कूकर लोभी हुंदा है, लोभ का प्रतीक मन्निया जाता है। इसका जिक्र भी गुरु जी ने किया है। द्वार है द्वार स्वान ज्यों डोलत, नह शुद्ध राम भजन की। महाराज कहते हैं कूकर वांग दर दर ते फिरदा है, लोभ की पूर्ति वास्ते, जने खणे अगे हथ अड्डदा फिरदा है। जदों असी लोभी हो जाते हैं, जदों असी धन की प्राप्ति वास्ते, किसी पदवी की प्राप्ति वास्ते, किसी झूठे मान सत्कार की प्राप्ति वास्ते दर दर से जाके भटकते फिरते हाँ, झुकते फिरते हाँ, निभते फिरते हाँ, अपनी जमीर मार लेंदे हाँ, उदों असी कुत्ते की जून भोग रहे होंदे हाँ। कूकर है, सूकर है सूर। तुसी जानते हो पिंडां विच सूर हुंदे ने, वो गंदगी खांदे ने। जदों मनुख निंदिया रूपी गंदगी खांदा है,
ਜਦੋਂ ਮਨੁੱਖ ਵਿਕਾਰਾਂ ਰੂਪੀ ਗੰਦਗੀ ਖਾਂਦਾ ਹੈ, ਉਹ ਸੂਰ ਦੀ ਜੂਨ ਭੋਗ ਰਿਹਾ ਹੁੰਦਾ ਹੈ। ਗਰਦਬ ਹੈ ਗਧਾ। ਗਧੇ ਦਾ ਕੀ ਸੁਭਾਅ ਹੈ? ਗਧਾ ਖਰਮਸਤੀਆਂ ਕਰਦਾ ਹੈ, ਮਿੱਟੀ ਵਿੱਚ ਲੇਟਦਾ ਹੈ, ਗਧਾ ਸੁਆਹ ਵਿੱਚ ਲੇਟਦਾ ਹੈ। ਮਹਾਰਾਜ ਕਹਿੰਦੇ ਹਨ, ਚੰਦਨ ਲੇਪ ਉਤਾਰੈ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਤੁਸੀਂ ਗਧੇ ਦੇ ਸਰੀਰ ਤੇ ਚੰਦਨ ਦਾ ਲੇਪਨ ਕਰਦੇ ਹੋ, ਉਹਨੂੰ ਕੋਈ ਇਸ ਗੱਲ ਨਾਲ ਮਤਲਬ ਨਹੀਂ। ਉਹ ਫਿਰ ਜਾ ਕੇ ਮਿੱਟੀ ਵਿੱਚ, ਖਾਕ ਵਿੱਚ ਪਸਲੇਟੇ ਮਾਰਦਾ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹੋਏ, ਸੇਵਾ ਕਰਦੇ ਹੋਏ, ਨਿਤਨੇਮ ਕਰਦੇ ਹੋਏ, ਸਤ ਸੰਗਤ ਕਰਦੇ ਹੋਏ, ਗੁਰਦੁਆਰੇ ਆਉਂਦੇ ਹੋਏ, ਚੰਗੇ ਕਰਮ ਕਰਦੇ ਹੋਏ ਵੀ ਨਾਲ ਬੁਰੇ ਕਰਮ ਕਰਦੇ ਹਾਂ, ਤੇ ਉਸ ਵੇਲੇ ਅਸੀਂ ਗਧੇ ਦੀ ਜੂਨ ਭੋਗ ਰਹੇ ਹੁੰਦੇ ਹਾਂ। ਜਿਸ ਮੁਖ ਨਾਲ ਅਸੀਂ ਬਾਣੀ ਪੜ੍ਹਦੇ ਹਾਂ, ਉਸੇ ਮੁਖ ਨਾਲ ਜਦੋਂ ਅਸੀਂ ਗੰਦੀਆਂ ਗੱਲਾਂ ਕਰਦੇ ਹਾਂ, ਅਸ਼ਲੀਲ ਗੱਲਾਂ ਕਰਦੇ ਹਾਂ, ਨਿੰਦਿਆ ਕਰਦੇ ਹਾਂ, ਉਸੇ ਮੁਖ ਨਾਲ ਜਦੋਂ ਅਸੀਂ ਕਿਸੇ ਨੂੰ ਕੌੜਾ ਬੋਲ ਬੋਲਦੇ ਹਾਂ, ਉਦੋਂ ਅਸੀਂ ਗਧੇ ਦੀ ਜੂਨ ਭੋਗ ਰਹੇ ਹੁੰਦੇ ਹਾਂ। ਮਹਾਰਾਜ ਕਹਿੰਦੇ ਹਨ, ਕੂਕਰੈ ਸੂਕਰੈ ਗਰਦਬੈ ਕੱਕ ਹੈ ਕਾਂ। ਕਾਂ ਦਾ ਕੀ ਸੁਭਾਅ ਹੈ? ਮਹਾਰਾਜ ਕਹਿੰਦੇ ਹਨ, ਕਊਆ ਕਾ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋ ਹੈ। ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਕਾਂ ਨੂੰ ਤੁਸੀਂ ਦਹੀਂ ਪਾ ਦਿਓ, ਦੁੱਧ ਪਾ ਦਿਓ, ਕੋਈ ਮਿੱਠਾ ਪਦਾਰਥ ਪਾ ਦਿਓ, ਪਰ ਜਿੰਨਾ ਚਿਰ ਕਾਂ ਗੰਦਗੀ ਵਿੱਚ, ਵਿਸ਼ਟਾ ਵਿੱਚ ਚੁੰਝ ਨਹੀਂ ਮਾਰ ਲੈਂਦਾ, ਉਹਨਾਂ ਚਿਰ ਉਸ ਨੂੰ ਤਸੱਲੀ ਨਹੀਂ ਹੁੰਦੀ। ਜਦੋਂ ਮਨੁੱਖ ਬੁਰੇ ਕਰਮ ਕਰਨ ਤੋਂ ਬਿਨਾਂ ਸੰਤੁਸ਼ਟ ਨਾ ਹੋਵੇ, ਕਿਸੇ ਦਾ ਨੁਕਸਾਨ ਕਰਨ ਤੋਂ ਬਿਨਾਂ ਸੰਤੁਸ਼ਟ ਨਾ ਹੋਵੇ, ਕਿਸੇ ਦਾ ਬੁਰਾ ਕਰਨ ਤੋਂ ਬਿਨਾਂ ਇਸ ਦਾ ਦਿਲ ਖੁਸ਼ ਨਾ ਹੋਵੇ, ਉਦੋਂ ਅਸੀਂ ਕਾਂ ਦੀ ਜੂਨ ਭੋਗ ਰਹੇ ਹੁੰਦੇ ਹਾਂ। ਕੂਕਰ ਹੈ, ਸੂਕਰ ਹੈ, ਗਰਦਬ ਹੈ, ਕੱਕ ਹੈ, ਸਰਪ ਨੇ, ਸੱਪ। ਸੱਪ ਦਾ ਸੁਭਾਅ ਹੈ ਕਿ ਉਹ ਆਪਣੀ ਜਾਨ ਬਚਾਉਣ ਲਈ ਦੂਸਰੇ ਦੀ ਜਾਨ ਲੈ ਲੈਂਦਾ ਹੈ। ਸੱਪ ਕਦੋਂ ਡੰਗ ਮਾਰਦਾ? ਜਦੋਂ ਉਸ ਨੂੰ ਲੱਗੇ ਕਿ ਬੰਦਾ ਮੇਰੀ ਜਾਨ ਲੈ ਸਕਦਾ, ਇਸ ਤੋਂ ਮੈਨੂੰ ਖਤਰਾ। ਉਹ ਵਿਚਾਰਾ ਆਪਣੀ ਜਾਨ ਬਚਾਉਣ ਲਈ ਦੂਸਰੇ ਦੀ ਜਾਨ ਲੈ ਲੈਂਦਾ। ਬਸ ਜਦੋਂ ਮਨੁੱਖ ਆਪਣਾ ਫਾਇਦਾ ਕਰਨ ਵਾਸਤੇ ਦੂਸਰੇ ਦਾ ਨੁਕਸਾਨ ਕਰਦਾ, ਉਹ ਸੱਪ ਦੀ ਜੂਨ ਭੋਗ ਰਿਹਾ ਹੁੰਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜੇ ਮਨੁੱਖ ਦੇ ਕੋਲ ਗੁਰੂ ਦਾ ਉਪਦੇਸ਼ ਨਹੀਂ, ਗੁਰੂ ਦੀ ਬਾਣੀ ਨਹੀਂ, ਗੁਰੂ ਦਾ ਗਿਆਨ ਨਹੀਂ, ਜਿਸ ਕੋਲ ਗੁਰੂ ਦੀ ਦਿੱਤੀ ਹੋਈ ਸਮਝ ਨਹੀਂ, ਉਹ ਮਨੁੱਖਾ ਜਨਮ ਦੇ ਵਿੱਚ ਹੀ ਇਹ ਦੁਨੀਆ ਭੋਗ ਰਿਹਾ ਹੈ। ਬਸ ਇਹੀ ਦੁਨੀਆ ਸਾਨੂੰ ਮਰਨ ਤੋਂ ਬਾਅਦ ਫਿਰ ਆਵਾਗਮਨ ਦੇ ਚੱਕਰ ਵਿੱਚ ਪਾ ਦਿੰਦੀਆਂ ਨੇ। ਗੁਰਮੰਤਰ ਹਿੰਸਿਆ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਹੈ। ਕੂਕਰ ਹੈ, ਸੂਕਰ ਹੈ, ਗਰਦਬ ਹੈ, ਕੱਕ ਹੈ, ਸਰਪ ਨੇ, ਤੁਲਖਲ ਹੈ। ਇਸ ਤਰ੍ਹਾਂ ਦੇ ਬਚਨ ਮਹਾਰਾਜ ਦੇ ਹੋਰ ਥਾਵੇਂ ਵੀ ਨੇ। ਮਹਾਰਾਜ ਕਹਿੰਦੇ ਨੇ, ਸੂਕਰ, ਸੁਆਨ, ਗਰਦਬ, ਮਾਜਾਰਾ, ਪਸ਼ੂ, ਮਲੇਸ਼, ਨੀਚ, ਚੰਡਾਲਾ, ਗੁਰ ਤੇ ਮੂੰਹ ਫੇਰੇ, ਤਿੰਨ ਜੋਨ ਭਵਾਈਐ, ਬੰਧਨ ਬੰਧਿਆ ਆਈਏ ਜਾਈਏ। ਜਦੋਂ ਸਾਡੇ ਕੋਲ ਸਤਿਗੁਰੂ ਦਾ ਗਿਆਨ ਨਹੀਂ ਹੁੰਦਾ, ਸਤਿਗੁਰੂ ਦੀ ਬਾਣੀ ਦੀ ਸਮਝ ਨਹੀਂ ਹੁੰਦੀ, ਅਸੀਂ ਮਨੁੱਖਾ ਜਨਮ ਦੇ ਵਿੱਚ ਹੀ ਜੂਨੀਆਂ ਭੋਗ ਰਹੇ ਹੁੰਦੇ ਹਾਂ। ਜਦੋਂ ਅਸੀਂ ਮਨੁੱਖਾ ਜਨਮ ਦੇ ਵਿੱਚ ਜੂਨੀਆਂ ਭੋਗ ਰਹੇ ਹਾਂ, ਤੇ ਫਿਰ ਵੀ ਮਰਨ ਤੋਂ ਬਾਅਦ ਤੇ ਜੂਨੀਆਂ ਵਿੱਚ ਪਵਾਂਗੇ ਹੀ ਪਵਾਂਗੇ। ਫਿਰ ਤੇ ਸਾਨੂੰ ਕੋਈ ਬਚਾ ਹੀ ਨਹੀਂ ਸਕਦਾ। ਇਸ ਲਈ ਅਸੀਂ ਜਿਉਂਦੇ ਜੀ ਇਹਨਾਂ ਜੂਨੀਆਂ ਤੋਂ ਛੁਟਕਾਰਾ ਪਾਉਣਾ ਹੈ। ਜਿਉਂਦਿਆਂ ਜੀ ਅਸੀਂ ਆਪਣੀ ਸੋਚ, ਅਸੀਂ ਆਪਣੀ ਸੁਰਤ ਮਹਾਨ ਬਣਾਉਣੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਬਚਨ ਆਸਾ ਕੀ ਵਾਰ ਦੀ ਆਰੰਭਤਾ ਵਿੱਚ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ, ਮੈਂ ਮਾਨਸ ਸੀ, ਮੈਂ ਮਨੁੱਖ ਸੀ, ਪਰ ਮੇਰੇ ਸਤਿਗੁਰੂ ਨੇ ਮੈਨੂੰ ਦੇਵਤਾ ਬਣਾ ਦਿੱਤਾ ਹੈ। ਭਾਵ ਕਿ ਮਨੁੱਖ ਤੋਂ ਵੀ ਇੱਕ ਕਦਮ ਅਗਾਂਹ ਕਰ ਦਿੱਤਾ, ਕਿਉਂਕਿ ਮਨੁੱਖਾ ਜਨਮ ਦਹਲੀਜ਼ ਹੈ। ਦਹਲੀਜ਼ ਤੁਸੀਂ ਸਮਝਦੇ ਹੋਵੋਗੇ। ਜਦੋਂ ਅਸੀਂ ਕਿਸੇ ਰੂਮ ਦੇ ਵਿੱਚ ਜਾਂ ਆਪਣੇ ਘਰ ਦੇ ਅੰਦਰ ਵੜਦੇ ਹਾਂ,
ਜਦੋਂ ਸਾਡਾ ਇੱਕ ਪੈਰ ਘਰ ਦੇ ਅੰਦਰ ਹੁੰਦਾ, ਇੱਕ ਪੈਰ ਬਾਹਰ ਹੁੰਦਾ, ਉਹਦੇ ਦਰਮਿਆਨ ਵਾਲੀ ਥਾਂ ਉਹਨੂੰ ਦਹਿਲੀਜ਼ ਕਹਿੰਦੇ ਨੇ, ਜਾਂ ਉਹਨੂੰ ਸਰਦਨ ਕਹਿ ਦਿੰਦੇ ਨੇ। ਪੁਰਾਣੇ ਸਮਿਆਂ ਦੇ ਵਿੱਚ ਸਿਆਣੇ ਲੋਕ ਕਹਿੰਦੇ ਹੁੰਦੇ ਸੀ, ਦਹਿਲੀਜ਼ ਤੇ ਨਹੀਂ ਬੈਠੀਦਾ, ਸਰਦਨ ਤੇ ਨਹੀਂ ਬੈਠੀਦਾ। ਘਰਾਂ ਵਿੱਚ ਸਰਦਨਾਂ ਬਣਾਈਆਂ ਹੁੰਦੀਆਂ ਸੀ, ਉੱਚੀ ਜਿਹੀ ਥੜੀ ਹੁੰਦੀ ਸੀ ਪੁਰਾਣੇ ਸਮਿਆਂ ਵਿੱਚ। ਹੁਣ ਜਦੋਂ ਇੱਕ ਪੈਰ ਸਾਡਾ ਅੰਦਰ ਹੈ, ਇੱਕ ਪੈਰ ਸਾਡਾ ਬਾਹਰ ਹੈ, ਜੇ ਅਸੀਂ ਅੰਦਰਲਾ ਪੈਰ ਬਾਹਰ ਕਰ ਲਈਏ ਤੇ ਬਾਹਰ ਚਲੇ ਜਾਵਾਂਗੇ, ਜੇ ਬਾਹਰਲਾ ਪੈਰ ਅੰਦਰ ਰੱਖ ਦਈਏ ਤਾਂ ਘਰ ਦੇ ਅੰਦਰ ਵੜ ਜਾਵਾਂਗੇ। ਅਸੀਂ ਦਹਿਲੀਜ਼ ਤੇ ਖੜੇ ਹਾਂ। ਕੋਈ ਬੰਦਾ ਇੱਕ ਕਦਮ ਅੱਗੇ ਰੱਖ ਕੇ ਇੱਕ ਕਦਮ ਪਿੱਛੇ ਰੱਖ ਕੇ ਖੜਾ ਹੋਵੇ ਤੇ ਅਸੀਂ ਉਹਨੂੰ ਕਵਾਂਗੇ ਜਾਂ ਅੰਦਰ ਆ ਜਾ ਜਾਂ ਬਾਹਰ ਨਿਕਲ ਜਾ, ਇੱਥੇ ਨਾ ਖੜ। ਮਨੁੱਖਾ ਜਨਮ ਇੱਕ ਦਹਿਲੀਜ਼ ਹੈ, ਅਸੀਂ ਬਿਲਕੁਲ ਦਰਵਾਜ਼ੇ ਦੇ ਵਿੱਚ ਖੜੇ ਹਾਂ। ਜੇ ਤੇ ਅਸੀਂ ਸਤਿਗੁਰੂ ਦੇ ਨਾਲ ਜੁੜ ਗਏ ਫਿਰ ਤਾਂ ਅਸੀਂ ਅਗਾਂਹ ਚਲੇ ਜਾਵਾਂਗੇ, ਪਿਛਲਾ ਕਦਮ ਵੀ ਅਸੀਂ ਅੱਗੇ ਰੱਖ ਲਵਾਂਗੇ, ਅਸੀਂ ਬਣ ਜਾਵਾਂਗੇ ਦੇਵਤੇ। ਮਹਾਰਾਜ ਕਹਿੰਦੇ ਹਨ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਭਾਈ ਸਤਿਗੁਰੂ ਨੇ ਸਾਨੂੰ ਮਨੁੱਖਾ ਜਨਮ ਤੋਂ ਦੇਵਤੇ ਬਣਾ ਦਿੱਤਾ, ਸਿੱਖ ਬਣਾ ਦਿੱਤਾ, ਗੁਰਸਿੱਖ ਬਣਾ ਦਿੱਤਾ, ਸੰਤ ਬਣਾ ਦਿੱਤਾ। ਸਤਿਗੁਰੂ ਨੇ ਸਾਡਾ ਜੀਵਨ ਮਹਾਨ ਬਣਾ ਦਿੱਤਾ। ਜੇ ਕਿਤੇ ਸਾਨੂੰ ਸਤਿਗੁਰੂ ਨਾ ਮਿਲਦਾ, ਸਤਿਗੁਰੂ ਦੀ ਬਾਣੀ ਨਾਲ ਅਸੀਂ ਨਾ ਜੁੜਦੇ, ਸਾਡਾ ਅਗਲਾ ਕਦਮ ਵੀ ਪਿਛਾਂਹ ਰੱਖਿਆ ਜਾਣਾ ਸੀ, ਅਸੀਂ ਬਾਹਰ ਹੋ ਜਾਣਾ ਸੀ, ਅਸੀਂ ਮਨੁੱਖਤਾ ਤੋਂ ਵੀ ਹੇਠਾਂ ਡਿੱਗ ਜਾਣਾ ਸੀ। ਜਿਨ੍ਹਾਂ ਲੋਕਾਂ ਦੇ ਕੋਲ ਗੁਰੂ ਦਾ ਗਿਆਨ ਨਹੀਂ, ਸਤਿਗੁਰੂ ਦੀ ਬਾਣੀ ਦਾ ਆਨੰਦ ਨਹੀਂ, ਉਹ ਮਨੁੱਖਤਾ ਤੋਂ ਵੀ ਹੇਠਾਂ ਡਿੱਗ ਜਾਂਦੇ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਇਹ ਜ਼ਾਲਮ ਹੈ, ਇਹ ਬੜਾ ਜ਼ੁਲਮ ਕਰਦਾ ਹੈ। ਜਿਹੜੇ ਜ਼ੁਲਮ ਕਰਦੇ ਨੇ ਹੈ ਉਹ ਵੀ ਮਨੁੱਖੀ। ਔਰੰਗਜ਼ੇਬ ਵੀ ਮਨੁੱਖੀ ਸੀ, ਵਜ਼ੀਰ ਖਾਂ ਵੀ ਮਨੁੱਖੀ ਸੀ, ਮੀਰ ਮਨੂ ਮਨੁੱਖੀ ਸੀ, ਜਸਪਤ ਰਾਏ ਸਭ ਮਨੁੱਖੀ ਸੀ, ਅਬਦਾਲੀ ਮਨੁੱਖੀ ਸੀ। ਬਸ ਫਰਕ ਇਹ ਸੀ ਕਿ ਅਗਾਂਹ ਜਾਣ ਦੀ ਬਜਾਏ ਪਿਛਾਂਹ ਨੂੰ ਆ ਗਏ। ਪਿਛਲਾ ਕਦਮ ਅੱਗੇ ਰੱਖਣ ਦੀ ਬਜਾਏ ਅਗਲਾ ਕਦਮ ਵੀ ਪਿੱਛੇ ਰੱਖ ਬੈਠੇ, ਪਿਛਾਂਹ ਚਲੇ ਗਏ। ਲੇਕਿਨ ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਨੇ, ਸਤਿਗੁਰੂ ਉਹਨਾਂ ਨੂੰ ਦੇਵਤੇ ਬਣਾ ਦਿੰਦਾ। ਪ੍ਰੇਤੋਂ ਕੀ ਤੋਨ ਦੇਵਤਾ ਤਿਨ ਕਰਨਾ ਹਾਰੇ। ਪ੍ਰੇਤ ਤੋਂ ਸਤਿਗੁਰੂ ਦੇਵਤਾ ਬਣਾ ਦਿੰਦਾ ਹੈ, ਦੇਵਤਾ। ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਇਹ ਸਮਝਾਉਂਦੇ ਨੇ। ਮਹਾਰਾਜ ਕਹਿੰਦੇ ਨੇ, ਅਸੀਂ ਜਿਉਂਦੇ ਜੀ ਇਹਨਾਂ ਦੁਨੀਆਂ ਵਿੱਚੋਂ ਨਿਕਲਣਾ ਹੈ, ਫਿਰ ਅਸੀਂ ਮਰ ਕੇ ਵੀ ਆਵਾਗਮਨ ਦੇ ਵਿੱਚੋਂ ਮੁਕਤ ਹੋ ਸਕਦੇ ਹਾਂ। ਜਿੰਨਾ ਚਿਰ ਅਸੀਂ ਜਿਉਂਦੇ ਮੁਕਤ ਨਹੀਂ, ਉਹਨਾਂ ਚਿਰ ਅਸੀਂ ਮਰਨ ਤੋਂ ਬਾਅਦ ਵੀ ਮੁਕਤ ਨਹੀਂ। ਸਭ ਤੋਂ ਪਹਿਲਾਂ ਜੀਵਨ ਮੁਕਤ ਅਵਸਥਾ ਅਸੀਂ ਹਾਸਲ ਕਰਨੀ ਹੈ, ਮਰਨ ਮੁਕਤ ਆਪਣੇ ਆਪ ਹੀ ਮਿਲ ਜਾਣੀ ਹੈ। ਗੁਰਬਾਣੀ ਵਿੱਚ ਜੀਵਨ ਮੁਕਤ ਸ਼ਬਦ ਬਹੁਤ ਵੇਰਾ ਵਰਤਿਆ ਗਿਆ ਹੈ। ਜੀਵਨ ਮੁਕਤ, ਕਦੇ ਸੁਖਮਨੀ ਸਾਹਿਬ ਦਾ ਪਾਠ ਕਰੋ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਜਦੋਂ ਜੀਵਨ ਮੁਕਤ ਹੋ ਗਿਆ, ਜਦੋਂ ਅਸੀਂ ਜਿਉਂਦੇ ਜੀ ਮਨੁੱਖਾ ਜੀਵਨ ਵਿੱਚ ਇਹਨਾਂ ਸਾਰੀਆਂ ਦੁਨੀਆਂ ਤੋਂ ਮੁਕਤੀ ਪਾ ਲਈ, ਮਰਨ ਤੋਂ ਬਾਅਦ ਫਿਰ ਮੁਕਤੀ ਲੱਭਣ ਦੀ ਲੋੜ ਨਹੀਂ, ਆਪਣੇ ਆਪ ਹੀ ਮਿਲ ਜਾਏਗੀ। ਜੇ ਅਸੀਂ ਜਿਉਂਦੇ ਜੀ ਇਹਨਾਂ ਦੁਨੀਆਂ ਦੇ ਵਿੱਚ ਫਸੇ ਹੋਏ ਹਾਂ, ਮਨੁੱਖਾ ਜਨਮ ਦੇ ਵਿੱਚ ਹੁੰਦੇ ਹੋਏ ਵੀ ਅਸੀਂ ਪਸ਼ੂਆਂ ਵਾਲੀ ਜੂਨ ਹੀ ਭੋਗ ਰਹੇ ਹਾਂ, ਤੇ ਮਰਨ ਤੋਂ ਬਾਅਦ ਸਾਨੂੰ ਕੌਣ ਬਚਾ ਸਕਦਾ ਜੀ? ਸਤਿਗੁਰੂ ਜੀ ਦੇ ਕਿੱਡੇ ਸਪਸ਼ਟ ਬਚਨ ਨੇ। ਮਹਾਰਾਜ ਕਹਿੰਦੇ ਨੇ, ਜਿਨ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਕੋਏ ਮਾਨਸ ਜੂ ਨਾ ਆਖਿਆ, ਪਸ਼ੂ ਢੋਰ ਗਵਾਰ। ਜਿਹਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਸਤਿਗੁਰੂ ਦੇ ਆਸ਼ੇ ਅਨੁਸਾਰ ਜੀਵਨ ਨਹੀਂ ਬਣਾਇਆ, ਗੁਰੂ ਉਪਦੇਸ਼ ਅਨੁਸਾਰ ਜੀਵਨ ਨਹੀਂ ਬਣਾਇਆ, ਕਦੇ ਸ਼ਬਦ ਦੀ ਵਿਚਾਰ ਹੀ ਨਹੀਂ ਕੀਤੀ, ਉਹਨੂੰ ਮਨੁੱਖਾ ਜਨਮ ਕਹਿਣ ਦੀ ਲੋੜ ਹੀ ਕੀ ਹੈ? ਉਹ ਤੇ ਪਸ਼ੂ ਹੈ, ਉਹ ਤਾਂ ਮਨੁੱਖਾ ਜਨਮ ਦੇ ਵਿੱਚ ਹੁੰਦਿਆਂ ਹੋਇਆ ਵੀ ਪਸ਼ੂ ਹੈ, ਤੇ ਢੋਰ ਹੈ, ਗਵਾਰ ਹੈ। ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ।
इसलिए इत्थे हुण सतगुरु कहंदे हन कि जे तू सतगुरु दे नाल जुड़ के, बाणी दे नाल जुड़ के तू जिउंदे जी इन्हां जूनियां तो छुटकारा पा लिया, तो मरण तो बाद भी मुक्त है। आओ बड़े प्यार दे नाल इस पद दी विचार आप जी दे नाल साझी करदे हां। प्यार विच आखो जी, सतनाम श्री वाहिगुरु साहिब जी। सतनाम श्री वाहिगुरु साहिब जी। पास पंखी भूत अर प्रेता। सच्चे पातशाह जी कहते हैं, ये मनुख पशु पंछियां भूत प्रेत इत्यादिक बहुविध जोनी फिरत अनेका। ये अज्ञानी जी बहुत तरह दे नाल, कई ढंग तरीकों नाल इन्हां जूनियां दे विच फिरदा है। पस पंछी भूत अर प्रेता बहुविध जोनी फिरता नेता, कई जूनियां विच फिरदा है, कोई गिणती थोड़ो है। ये पशु जूनी विच, ये पंछी जूनी विच, भूत प्रेत जूनी विच, पर तां क्योंकि जिउंदा जी इन्हां जूनियां विच रहिंदा है। भूत प्रेतां बारे कई तरह के ख्याल ने, कई कहंदे ने हुंदे ने, कई कहंदे ने नहीं हुंदे। महाराज कहंदे हन, जे तुसी जिउंदे जी भूत प्रेत हो, फिर तुसी मर के भी भूत प्रेत ही बनोगे। कई बंदे जिउंदे भूत प्रेत हुंदे ने, जिउंदे हुंदे बंदे ने, पर काम उन्हां दे भूतां प्रेतां वाले हुंदे ने। जिउंदे जी भूत प्रेत हुंदे ने कई। बाबा कबीर जी का एक बहुत सुंदर बचन है। कई पुछणगे जी भूत प्रेत हुंदे ने, सानू बाणी दसदी है भी हुंदे जां नहीं हुंदे, किसी नूं पुछण दी लोड़ की है। असीं बाणी पढ़ीए, विचार करिए, सानू हर सवाल का जवाब बाणी विचों मिलेगा। बाबा कबीर जी कहंदे ने, कबीर जा कर साधना सेविय है, हर की पूजा नाहे, ते घर मरहट सारखे, भूत बसै तिन माहे। जा कर साधना सेवी, जिस घर दे विच गुरु की सेवा नहीं, जिस घर दे विच किसी अतिथि की सेवा नहीं, जिस घर दे विचों किसी लोड़वंद की लोड़ पूरी नहीं होती, हर की पूजा ना है, जिस घर दे विच परमात्मा की कोई पूजा ही नहीं, जिस घर दे विच कोई नितनेम करने वाला नहीं, बाणी पढ़न वाला नहीं, सुखमनी पढ़न वाला नहीं, सहज पाठ करने वाला नहीं, जिस घर विच कोई गुटका ही नहीं, ते घर मरहट सारखे। महाराज कहते हैं, घर घर नहीं, वो तो मरहट ने, शमशान भूमिका है, बसान है। भूत बसै तिन माहे, तो उस घर दे विच रहण वाले भूत ने। जिस घर दे विच किसी लोड़वंद की लोड़ पूरी नहीं हो रही, जिस घर दे विच कोई साधु की सेवा नहीं, जिस घर विच कोई नितनेम नहीं, जिस घर दे विच कोई सिमरन नहीं, जिस घर दे विच कोई पाठ नहीं, तो बाबा कबीर जी कहते हैं उसनूं घर कहण की लोड़ ही की, तो मरहट है, शमशान भूमिका है, उस घर विच रहण वाले तो भूत ने। आ लॉकडाउन दे विच बहुत गुरसिखां ने सहज पाठ कीते, उन्होंने अपना ये समा बहुत ही सफला किया। आम ही गुरु घरां दे विच मैं देखिया कई वीर, कई भैणां, बीबियां, मातावां गुरु साहिब जी दीयां सैंचियां लै गईयां ते उन्होंने सहज पाठ कीते। बहुत चंगी गल है, इहदे नाल होर चंगी गल होर किहड़ी हो सकदी है जी। जे असीं इहो जिहे समय घर बैठ के फिल्मां देखण दी बजाए, सीरीयल देखण दी बजाए, WhatsApp ते मगज खपाइयां करन दी बजाए सहज पाठ करिए, इहदे नालों चंगी गल होर कोई हो ही नहीं सकदी। वध तो वध सहज पाठ करो, घर दे विच हर प्राणी सहज पाठ करे, जिन्ना समा उन्ना करे। कोई जरूरी थोड़ा इन्ने पत्रे करने हैं ना, एक पत्रा करो, 2 पत्रे करो, 3 करो, जिन्ना दिल करदा करो, पर यह है कि प्यार नाल करो, बोल के करो, ये नहीं चुप करके मूँह करके ना करो, बोल के करो, कला कला अखर बोल के करो। जिहड़ा अखर नहीं समझ लगता वो कापी ते लिख लो, इत्थे आण के किसी भाई साहब नूं तुसीं पुछ सकदे हो, वो सफा नोट कर लो, वो अखर नोट कर लो, भाई साहब तुहानूं दस देणगे कि भाई ये शब्द का उच्चारण इदां करना। एक बारी करोगे, 2 बारी करोगे, हौली हौली बाणी तुहाडी शुद्ध होनी शुरू हो जाएगी। इस वास्ते
ਸਹਿਜ ਪਾਠ ਕਰਨ ਦੇ ਨਾਲ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਵਾਂਗੇ। ਸਾਨੂੰ ਪਤਾ ਲੱਗ ਜਾਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਕਿੱਡਾ ਮਹਾਨ ਸਾਗਰ ਹੈ। ਇੱਕ ਤੁਕ ਵੀ ਕਿਤੇ ਸਾਡੇ ਮਨ ਤੇ ਬੈਠ ਗਈ, ਸਾਡਾ ਜੀਵਨ ਸਫਲ ਹੋ ਜਾਣਾ, ਸਾਡਾ ਜੀਵਨ ਬਦਲ ਜਾਣਾ, ਮਹਾਨ ਹੋ ਜਾਣਾ। ਇਸ ਲਈ ਜਿਸ ਘਰ ਵਿੱਚ ਕੋਈ ਬਾਣੀ ਪੜ੍ਹਨ ਵਾਲਾ ਹੀ ਨਹੀਂ, ਕੋਈ ਨਿਤਨੇਮ ਕਰਨ ਵਾਲਾ ਹੀ ਨਹੀਂ, ਤਾਂ ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਜਾ ਕਰ ਸਾਧਨਾ ਸੇਵੀਐ, ਹਰ ਕੀ ਪੂਜਾ ਨਾਹੇ, ਤੇ ਘਰ ਮਰਹਟ ਸਾਰ ਕੇ ਭੂਤ ਪਸੈ ਤਿਨ ਮਾਹੇ। ਜਿਉਂਦੇ ਭੂਤ ਤੇ ਮਰ ਕੇ ਵੀ ਤੇ ਭੂਤੇ ਬਣ ਗਏ ਹੋ। ਪ੍ਰੇਤ ਕੌਣ ਨੇ? ਸੱਚੇ ਪਾਤਸ਼ਾਹ ਕਹਿੰਦੇ ਨੇ, ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਿਯੁਗ ਪਰਮਹੰਸ ਵਿਚਾਰੀ। ਕਲਯੁਗ ਦੇ ਵਿੱਚ ਉਹ ਬੰਦੇ ਪ੍ਰੇਤ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਸਾਂਝ ਨਹੀਂ ਪਾਈ, ਜਿਹੜੇ ਕਦੇ ਪਰਮੇਸ਼ਰ ਦੀ ਯਾਦ ਵਿੱਚ ਨਹੀਂ ਜੁੜੇ, ਉਹੀ ਪ੍ਰੇਤ ਨੇ। ਜਦੋਂ ਅਸੀਂ ਗੁਰੂ ਨਾਲੋਂ ਟੁੱਟ ਗਏ, ਜਦੋਂ ਅਸੀਂ ਪਰਮਾਤਮਾ ਨਾਲੋਂ ਟੁੱਟ ਗਏ, ਸਮਝੋ ਅਸੀਂ ਭੂਤ ਪ੍ਰੇਤ ਬਣ ਗਏ। ਤੇ ਜਦੋਂ ਜਿਉਂਦੇ ਜੀ ਮਨੁੱਖਾ ਦੁਨੀਆ ਵਿੱਚ ਹੁੰਦੇ ਹੋਏ ਅਸੀਂ ਭੂਤ ਪ੍ਰੇਤ ਹਾਂ, ਤੇ ਫਿਰ ਮਰ ਕੇ ਤੇ ਭੂਤ ਪ੍ਰੇਤ ਬਣਾਂਗੇ ਹੀ ਬਣਾਂਗੇ। ਅਸੀਂ ਜਿਉਂਦੇ ਵੀ ਦੂਸਰਿਆਂ ਨੂੰ ਦੁੱਖ ਦਿੰਦੇ ਹਾਂ, ਮਰ ਕੇ ਵੀ ਦੂਸਰਿਆਂ ਨੂੰ ਦੁੱਖ ਹੀ ਦੇਵਾਂਗੇ। ਇਸ ਲਈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਸਾਨੂੰ ਅੱਜ ਸਮਝਾ ਰਹੇ ਨੇ, ਪਸ ਪੰਖੀ ਭੂਤ ਅਰ ਪ੍ਰੇਤਾ, ਬਹੁ ਬਿਧ ਜੋਨੀ ਫਿਰਤਾ ਨੀਤਾ। ਇਹ ਜੀਵ ਕਈ ਤਰੀਕਿਆਂ ਨਾਲ ਕਈ ਦੁਨੀਆਂ ਦੇ ਵਿੱਚ ਫਿਰਦਾ ਹੈ। ਜਹ ਜਾਨੋ ਤਹ ਰਹਿ ਨ ਪਾਵੈ। ਮਹਾਰਾਜ ਕਹਿੰਦੇ ਨੇ, ਜਹ ਜਾਨੋ, ਜਿੱਥੇ ਜਾਣਾ ਹੈ, ਤਹ ਰਹਿ ਨਾ ਪਾਵੈ, ਉੱਥੇ ਟਿਕਣਾ ਪਾਉਂਦਾ ਹੀ ਨਹੀਂ। ਜਾਣਾ ਹੈ ਪਰਮੇਸ਼ਰ ਵਾਹਿਗੁਰੂ ਜੀ ਦੇ ਵਿੱਚ, ਜਾਣਾ ਹੈ ਪਰਮੇਸ਼ਰ ਦੇ ਘਰ, ਲੇਕਿਨ ਉੱਥੇ ਤੇ ਟਿਕਦਾ ਹੀ ਨਹੀਂ। ਪਰਮੇਸ਼ਰ ਦੀ ਯਾਦ ਵਿੱਚ ਤੇ ਟਿਕਦਾ ਹੀ ਨਹੀਂ। ਪਰਮੇਸ਼ਰ ਦੀ ਯਾਦ ਵਿੱਚ ਟਿਕਾਂਗੇ ਤੇ ਪਰਮੇਸ਼ਰ ਵਿੱਚ ਲੀਨ ਹੋਵਾਂਗੇ, ਪਰਮੇਸ਼ਰ ਦੇ ਨਾਲ ਜੁੜਾਂਗੇ ਤੇ ਪਰਮੇਸ਼ਰ ਦੇ ਵਿੱਚ ਮਿਲਾਂਗੇ, ਪਰਮੇਸ਼ਰ ਨਾਲ ਸੰਬੰਧ ਬਣਾਵਾਂਗੇ ਤੇ ਪਰਮੇਸ਼ਰ ਆਪਣੇ ਘਰ ਵਿੱਚ ਸਾਨੂੰ ਥਾਂ ਦੇਵੇਗਾ। ਅਸੀਂ ਤੇ ਦੁਨੀਆ ਨਾਲ ਹੀ ਸੰਬੰਧ ਬਣਾਇਆ ਹੋਇਆ ਹੈ, ਪਸ਼ੂਆਂ ਪੰਛੀਆਂ ਨਾਲ ਹੀ ਸੰਬੰਧ ਬਣਾਇਆ ਹੋਇਆ ਹੈ, ਅਸੀਂ ਤੇ ਭੂਤਾਂ ਪ੍ਰੇਤਾਂ ਨਾਲ ਹੀ ਸੰਬੰਧ ਬਣਾਇਆ ਹੋਇਆ ਹੈ। ਜਿਸ ਚੀਜ਼ ਨਾਲ ਅਸੀਂ ਸੰਬੰਧ ਰੱਖਿਆ ਤੇ ਸਾਨੂੰ ਉਹੀ ਚੀਜ਼ ਮਿਲੇਗੀ। ਜਿਸ ਬੰਦੇ ਨਾਲ ਅਸੀਂ ਵਾਹ ਵਾਸਤਾ ਰੱਖਾਂਗੇ, ਉਹੀ ਬੰਦਾ ਸਾਨੂੰ ਘਰ ਬਣਨ ਦਊ। ਜਿਸ ਬੰਦੇ ਨਾਲ ਸਾਡਾ ਕੋਈ ਵਾਹ ਵਾਸਤਾ ਹੀ ਨਹੀਂ, ਕੋਈ ਸਾਡੀ ਸੁਰ ਕਲਾਮ ਹੀ ਨਹੀਂ, ਉਹ ਬੰਦਾ ਸਾਨੂੰ ਘਰ ਕਿਉਂ ਬਣ ਦਊਗਾ ਜੀ? ਜਦੋਂ ਅਸੀਂ ਮਨੁੱਖਾ ਜਨਮ ਦੇ ਵਿੱਚ ਹੁੰਦੇ ਹੋਏ ਪਸ਼ੂਆਂ ਪੰਛੀਆਂ ਵਾਲੀ ਸੋਚ ਰੱਖਣੀ ਹੈ, ਤੇ ਫਿਰ ਮਰ ਕੇ ਵੀ ਤੇ ਪਸ਼ੂ ਪੰਛੀ ਬਣਾਂਗੇ। ਜਦੋਂ ਅਸੀਂ ਮਨੁੱਖਾ ਜਨਮ ਦੇ ਵਿੱਚ ਹੁੰਦੇ ਹੋਏ ਭੂਤ ਪ੍ਰੇਤਾਂ, ਤੇ ਮਰ ਕੇ ਵੀ ਤੇ ਭੂਤ ਪ੍ਰੇਤੇ ਬਣਾਂਗੇ। ਜੇ ਅਸੀਂ ਮਨੁੱਖਾ ਜਨਮ ਦੇ ਵਿੱਚ ਰੱਬ ਨਾਲ ਕੋਈ ਸੰਬੰਧ ਹੀ ਨਹੀਂ ਜੋੜਿਆ, ਰੱਬ ਸਾਨੂੰ ਆਪਣੇ ਘਰ ਵਿੱਚ ਥਾਂ ਕਿੱਥੋਂ ਦੇ ਦੇਗਾ? ਜੇ ਅਸੀਂ ਮਨੁੱਖਾ ਜਨਮ ਦੇ ਵਿੱਚ ਹੁੰਦਿਆਂ ਹੋਇਆ ਪਰਮੇਸ਼ਰ ਦੀ ਯਾਦ ਵਿੱਚ ਜੁੜਾਂਗੇ, ਬਾਣੀ ਪੜਾਂਗੇ, ਸਤਿਗੁਰੂ ਦੇ ਦਰਸ਼ਨ ਕਰਾਂਗੇ, ਸਤਿਗੁਰੂ ਦੀ ਸ਼ਰਨ ਵਿੱਚ ਬੈਠਾਂਗੇ, ਸਹਿਜ ਪਾਠ ਕਰਾਂਗੇ, ਆਪਣੀ ਸੋਚ ਨੂੰ ਚੰਗਿਆ ਬਣਾਵਾਂਗੇ, ਪਵਿੱਤਰ ਬਣਾਵਾਂਗੇ, ਫਿਰ ਸਾਨੂੰ ਪਰਮੇਸ਼ਰ ਵਾਹਿਗੁਰੂ ਆਪਣੇ ਘਰ ਵਿੱਚ ਥਾਂ ਦੇਵੇਗਾ। ਜਪਜੀ ਸਾਹਿਬ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਨਾ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਇੱਥੇ ਪੰਜ ਦਾ ਅਰਥ ਪੰਜ ਨਹੀਂ, 5 ਨਹੀਂ। ਇੱਥੇ ਪੰਜ ਦਾ ਅਰਥ ਪੰਜ ਨਹੀਂ ਹੈ। ਪੰਜ ਦਾ ਅਰਥ ਸ਼੍ਰੋਮਣੀ ਮੁਖੀ, ਪਰਮਾਤਮਾ ਦੇ ਪਿਆਰੇ ਮਹਾਂਪੁਰਖ। ਪੰਜ ਪ੍ਰਵਾਨ, ਪੰਜ ਪ੍ਰਧਾਨ। ਜਿਹੜੇ ਸ਼੍ਰੋਮਣੀ ਮਹਾਂਪੁਰਖ ਗੁਰੂ ਕੇ ਸਿੱਖ ਹਨ, ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਮਾਣਿਕ ਹੁੰਦੇ ਨੇ, ਉਹ ਪ੍ਰਧਾਨ ਮੁਖੀ ਹੁੰਦੇ ਨੇ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਉਹ ਰੱਬ ਦੀ ਹਜ਼ੂਰੀ ਵਿੱਚ ਵੀ ਮਾਣ ਪਾਉਂਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿੱਚ ਵੀ ਸਤਿਕਾਰ ਪਾਉਂਦੇ ਹਨ। ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਏ ਸੀ। ਗੁਰੂ ਦਾ ਸਿੱਖ ਜਨਮ ਸਵਾਰ ਕੇ ਜਾਂਦਾ ਹੈ, ਇੱਜ਼ਤ ਦਾ ਵਾਜਾ ਵਜਾ ਕੇ ਜਾਂਦਾ ਹੈ। ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਏ ਸੀ। ਮਹਾਰਾਜ ਕਹਿੰਦੇ ਹਨ, ਮਾਨਸ ਕਿਆ ਵਿਚਾਰਾ, ਤਿਵ ਲੋਕ ਸੁਣਾਏ ਸੀ। ਬੰਦਾ ਕਿ ਤਿੰਨਾਂ ਲੋਕਾਂ ਦੇ ਵਿੱਚ ਉਸ ਗੁਰੂ ਕੇ ਸਿੱਖ ਦੀ ਜੈ ਜੈਕਾਰ ਦੀ ਧੁਨ ਗੂੰਜਦੀ ਹੈ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਉਹ ਗੁਰੂ ਦਾ ਸਿੱਖ ਆਪ ਤੇ ਨਿਹਾਲ ਹੁੰਦਾ ਹੈ, ਆਪਣਾ ਜੀਵਨ ਤੇ ਸਫਲ ਕਰਦਾ ਹੀ ਕਰਦਾ, ਆਪਣੀ ਸਾਰੇ ਕੁਲ ਨੂੰ ਵੀ ਤਾਰ ਲੈਂਦਾ ਹੈ, ਬਾਕੀਆਂ ਦਾ ਵੀ ਭਲਾ ਕਰ ਦਿੰਦਾ ਹੈ। ਅਸੀਂ ਰੋਜ਼ਾਨਾ ਇੱਕ ਬਚਨ ਪੜ੍ਹਦੇ ਹਾਂ ਨਾ, ਬੜੀ ਅਸੀਂ ਹੇਕ ਲਾ ਕੇ ਪੜ੍ਹੀਦਾ ਬਚਨ, ਹੇਕ ਲਾ ਕੇ, ਪਰ ਕਦੇ ਵਿਚਾਰਿਆ ਨਹੀਂ ਵਿਚਾਰਿਆ। ਰੋਜ਼ਾਨਾ ਬਿਨਾਂ ਕਿਸੇ ਨਾਗੇ ਤੋਂ ਬਚਨ ਪੜ੍ਹੀਦਾ,
ਤੇ ਪੜ੍ਹਦੇ ਵੀ ਆਪਾਂ ਸਾਰੇ ਹੀ ਆ। ਬਚਨ ਹੈ ਵੀ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸ ਬਚਨ ਨੂੰ ਅਸੀਂ ਕਦੇ ਵਿਚਾਰੇ, ਹਾਂ ਤਰਜ ਜ਼ਰੂਰ ਲਾ, ਜਿਨੀ ਨਾਮ ਤੇ ਆਇਆ, ਬੜਾ ਤਰਜ ਲਾ ਕੇ ਪੜ੍ਹੀ ਦੀ ਅਸੀਂ, ਮਾਰ ਕੇ ਤੇ ਫਿਰ ਪਤਾ ਨਹੀਂ ਵੀ ਹੁਣ ਕੀ ਹੋ ਜਾਣਾ, ਪਰ ਕਦੇ ਵਿਚਾਰ ਕੀਤੇ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਜਿਨੀ ਨਾਮ ਧਿਆਇਆ, ਜਿਨ੍ਹਾਂ ਮਹਾਂਪੁਰਖਾਂ ਨੇ ਨਾਮ ਸਿਮਰਿਆ, ਗਏ ਮਸ਼ੱਕਤ ਘਾਲ, ਨਾਮ ਜਪਣ ਰੂਪੀ ਘਾਲਣਾ, ਮਸ਼ੱਕਤ ਘਾਲ, ਕਠਿਨ ਘਾਲਣਾ ਘਾਲ ਕੇ ਗਏ, ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖੜੇ ਉਜਲੇ ਹੋਏ, ਰੱਬ ਦੀ ਹਜ਼ੂਰੀ ਵਿੱਚ ਉਹ ਸੁਰਖਰੂ ਹੋਏ। ਕਿਤੇ ਛੁੱਟੀ ਨਾਲ ਉਹਨਾਂ ਦੇ ਨਾਲ ਹੋਰ ਵੀ ਕਈ ਲੋਕਾਈ ਛੁੱਟ ਗਈ, ਬਚ ਗਈ। ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਵੀ ਬਚ ਗਏ, ਉਹ ਆਪ ਤੇ ਬਚੇ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਵੀ ਬਚ ਗਏ। ਆਪ ਮੁਕਤ ਕਰਿਆ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਆਪ ਤੇ ਮੁਕਤ ਹੋਏ ਉਹਨਾਂ ਨੇ ਹੋਰ ਵੀ ਕਈਆਂ ਨੂੰ ਮੁਕਤ ਕਰ ਦਿੱਤਾ। ਇਸ ਲਈ ਮਹਾਰਾਜ ਕਹਿੰਦੇ ਨੇ ਜਹ ਜਾਨੋ ਤਹ ਰਹਿਣ ਨਾ ਪਾਵੇ। ਜਿੱਥੇ ਜਾਣਾ ਹੈ, ਜਿਸ ਪਰਮੇਸ਼ਰ ਵਿੱਚ ਲੀਨ ਹੋਣਾ ਹੈ, ਜਿੱਥੇ ਆਤਮਾ ਨੇ ਪਰਮਾਤਮਾ ਵਿੱਚ ਸਮਾਉਣਾ ਹੈ, ਉਹਦੇ ਨਾਲ ਤੇ ਤੂੰ ਰਹਿੰਦਾ ਹੀ ਨਹੀਂ, ਉਹਦੇ ਨਾਲ ਤੇ ਤੂੰ ਟਿਕਦਾ ਹੀ ਨਹੀਂ, ਉਹਦੀ ਯਾਦ ਵਿੱਚ ਤੇ ਤੂੰ ਕਦੇ ਜੁੜਦਾ ਹੀ ਨਹੀਂ। ਇਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ। ਮਹਾਰਾਜ ਕਹਿੰਦੇ ਹਨ ਥਾਨ ਬਿਹੂਨ, ਇਹ ਨਿਥਾਵਾਂ ਹੈ, ਉੱਠ ਫਿਰਦਾ ਹੈ, ਉੱਠ ਕੇ ਫਿਰ ਦੌੜਦਾ ਹੈ। ਇਹ ਸਾਡਾ ਮਨ, ਇਹ ਸਾਡਾ ਮਨ ਹੈ ਥਾਨ ਬਿਹੂਨ। ਨਿਥਾਵਾਂ ਸਰੀਰ ਨਹੀਂ, ਨਿਥਾਵਾਂ ਹੈ ਸਾਡਾ ਮਨ। ਇਹ ਟਿਕਦਾ ਹੀ ਨਹੀਂ, ਇਹਨੂੰ ਥਾਂ ਹੀ ਨਹੀਂ ਹੈ। ਫਿਰ ਉੱਠ ਕੇ ਧਾਉਂਦਾ ਹੈ, ਦੌੜਦਾ ਹੈ। ਆ ਕਦੇ ਤੁਸੀਂ ਕਈ ਦੇਖਿਓ ਮੋਬਾਈਲ ਤੇ ਲੱਗੇ ਹੋਣਗੇ WhatsApp ਤੇ, ਮਾੜੀ ਜੀ ਵੀਡੀਓ ਔਨ ਕਰਨਗੇ, ਫਿਰ ਬੰਦ ਕਰਕੇ ਫਿਰ ਦੂਜੀ ਖੋਲ ਲੈਣਗੇ, ਦੂਜੀ ਖੋਲ ਕੇ ਫਿਰ ਤੀਜੀ ਖੋਲ ਲੈਣਗੇ। ਸੁਣਨਾ ਉਹਨਾਂ ਨੇ ਕੱਖ ਨਹੀਂ ਹੁੰਦਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮੋਬਾਈਲ ਤੇ ਲੱਗੇ ਰਹਿਣਗੇ ਤੇ ਪੁੱਛੋ ਵੀ ਦੁਨੀਆ ਤੇ ਕੀ ਹੋ ਰਿਹਾ, ਕੱਖ ਨਹੀਂ ਪਤਾ ਹੁੰਦਾ ਉਹਨਾਂ ਨੂੰ ਪੁੱਛੋ ਇਸ ਵੇਲੇ ਕੌਮ ਦੇ ਵਿੱਚ ਕਿਹੜਾ ਮਸਲਾ ਉੱਠਿਆ, ਕੋਈ ਪਤਾ ਨਹੀਂ। ਉਹਨਾਂ ਨੂੰ ਪੁੱਛੋ ਕਿਸਾਨਾਂ ਨੇ ਧਰਨਾ ਕਿੱਥੇ ਲਾਇਆ, ਕੋਈ ਪਤਾ ਨਹੀਂ। ਕਿਉਂਕਿ ਉਹਨਾਂ ਨੇ ਕੰਮ ਦੀ ਗੱਲ ਤੇ ਵਿੱਚੋਂ ਦਿਖਣੀ ਨਹੀਂ ਹੁੰਦੀ। ਬਸ ਗਾਣਾ ਜਾਂ ਆ TikTok ਤੇ ਲੱਗੇ ਰਹਿਣਗੇ, ਬਸ ਤਮਾਸ਼ੇ ਦੇਖੀ ਜਾਣਗੇ। ਤੇ ਜੇ ਤੁਹਾਡੇ ਕੋਲ ਇੰਟਰਨੈਟ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਦੁਨੀਆ ਤੇ ਕੀ ਹੋ ਰਿਹਾ, ਕੌਮ ਦੇ ਵਿੱਚ ਕੀ ਹੋ ਰਿਹਾ, ਤੁਹਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ, ਤੁਹਾਡੇ ਨਾਲ ਕੀ ਹੋ ਰਿਹਾ, ਪਤਾ ਕੱਖ ਵੀ ਨਹੀਂ। ਬਸ ਉਹ ਗਾਣੇ ਜੇ ਸੁਣੀ ਜਾਣਗੇ, ਐਵੇਂ ਤਮਾਸ਼ੇ ਜੇ ਦੇਖੀ ਜਾਣਗੇ, ਐਵੇਂ ਲੜਾਈਆਂ ਜੇ ਦੇਖੀ ਜਾਣਗੇ, ਕੁੱਕੜਾਂ ਦੀਆਂ ਲੜਾਈਆਂ ਦੇਖੀ ਜਾਣਗੇ, ਆਦੇ ਦੂਜੇ ਨੂੰ ਦਿਖਾਲੇ, ਆਦੇ ਕਿੱਦਾਂ ਲੜਦੇ ਆਦੇ। ਤੇ ਤੁਹਾਡੇ ਕੋਲ ਇੰਟਰਨੈਟ ਹੈ, ਤੁਹਾਡੇ ਕੋਲ ਮੋਬਾਈਲ ਹੈ, ਘੱਟੋ ਘੱਟ ਤੁਹਾਨੂੰ ਪੂਰੀ ਦੁਨੀਆ ਦੀ ਇਸ ਵੇਲੇ ਖਬਰ ਚਾਹੀਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਦੁਨੀਆ ਤੇ ਕੀ ਹੋ ਰਿਹਾ, ਪਰ ਨਹੀਂ, ਕੱਖ ਨਹੀਂ ਪਤਾ। ਕਿਉਂਕਿ ਅੰਦਰ ਭਟਕਣਾ ਇੰਨੀ ਜ਼ਿਆਦਾ, ਅੰਦਰ ਭਟਕਣਾ ਇੰਨੀ ਜ਼ਿਆਦਾ ਹੈ, ਇੰਨੀ ਜ਼ਿਆਦਾ ਭਟਕਣਾ, ਟਿਕਾਉ ਹੀ ਨਹੀਂ ਹੈ। ਹੁਣ ਤੇ ਆ ਜਿਹੜਾ TikTok ਹੈ ਤੇ ਆਈ ਮਿੰਟ ਕਦਾ ਗਿਆ, ਇਹਦੇ 'ਚ ਜਿਹੜੀ ਵੀਡੀਓ ਪੈਂਦੀ ਮਿੰਟ 1.5 ਮਿੰਟ ਦੀ ਹੁੰਦੀ ਮਸਾਂ, ਤੇ ਕਦੇ 3-3 ਘੰਟੇ ਦੀ ਫਿਲਮ ਹੁੰਦੀ ਸੀ। ਉਹਨਾਂ ਨੇ ਦੇਖਿਆ ਵੀ ਇਹਦੇ ਅੰਦਰ ਇੰਨੀ ਭਟਕਣਾ ਵੀ 3 ਘੰਟੇ ਤੇ ਹੁਣ ਬਹਿ ਨਹੀਂ ਸਕਦਾ, ਹੁਣ ਕੋਈ ਛੋਟੀ ਚੀਜ਼ ਕੱਢੋ। ਉਹਨਾਂ ਨੇ ਹੁਣ ਮਿੰਟ 1.5 ਮਿੰਟ ਦੇ ਉਹ ਕੱਢ ਦਿੱਤੇ, ਬਸ ਉਹੀ ਸਾਰਾ ਦਿਨ ਬੈਠੇ ਦੇਖਦੇ ਰਹਿੰਦੇ ਵੀ ਤਮਾਸ਼ੇ ਜਿਹਾ, ਗੱਲ ਨਾ ਕੋਈ ਬਾਤ ਨਾ। ਸਤਿਗੁਰੂ ਸਾਨੂੰ ਸਮਝਾਉਂਦੇ ਹਨ, ਮਹਾਰਾਜ ਕਹਿੰਦੇ ਹਨ ਜਹ ਜਾਨੋ ਤਹ ਰਹਿਣ ਨਾ ਪਾਵੈ। ਜਿੱਥੇ ਜਾਣਾ ਉੱਥੇ ਟਿਕਦਾ ਹੀ ਨਹੀਂ, ਉੱਥੇ ਨਹੀਂ ਟਿਕਦਾ। ਇਹ ਉੱਠ ਫਿਰ ਧਾਵੈ, ਫਿਰ ਉੱਠ ਕੇ ਦੌੜਦਾ ਹੈ, ਟਿਕਾਓ ਨਹੀਂ ਹੈ। ਥਾਨ ਬਿਹੂਨ, ਉੱਠ ਫਿਰ ਧਾਵੈ, ਨਿਥਾਵਾਂ ਹੈ ਸਾਡਾ ਮਨ ਟਿਕਦਾ ਨਹੀਂ ਹੈ। ਇਹ ਨਾ ਸਤ ਸੰਗਤ ਵਿੱਚ ਟਿਕਦਾ, ਨਾ ਬਾਣੀ ਪੜ੍ਹਨ ਵਿੱਚ ਟਿਕਦਾ। ਮਹਾਰਾਜ ਕਹਿੰਦੇ ਨੇ ਸਾਡੀ ਹਾਲਤ ਇਹ ਬਣੀ ਹੋਈ ਹੈ ਜੀ। ਮਨ ਤਨ ਵਾਸਨਾ ਬਹੁਤ ਵਿਸਥਾਰ। ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਵਿੱਚ, ਤਨ ਵਿੱਚ ਵਾਸ਼ਨਾ ਦਾ ਬਹੁਤ ਵਿਸਥਾਰ ਹੋਇਆ ਪਿਆ ਹੈ। ਮਨ ਵਾਸ਼ਨਾਵਾਂ ਦੇ ਵਿੱਚ ਫਸਿਆ ਹੋਇਆ ਹੈ। ਸਾਡਾ ਸਰੀਰ ਵੀ ਵਾਸ਼ਨਾਵਾਂ ਦੇ ਵਿੱਚ ਫਸਿਆ ਹੋਇਆ ਹੈ। ਮਨ ਵਿੱਚ, ਤਨ ਵਿੱਚ ਵਾਸ਼ਨਾਵਾਂ ਦਾ ਵਿਸਥਾਰ ਹੈ, ਫੈਲਿਆ ਹੋਇਆ। ਅਸੀਂ ਵਾਸ਼ਨਾਵਾਂ ਦੇ ਵਿੱਚ ਵੱਜੇ ਹੋਏ ਹਾਂ। ਗੁਰੂ ਜੀ ਕਹਿੰਦੇ ਨੇ ਹੰਕਾਰ ਦੇ ਅਸੀਂ ਲੁੱਟੇ ਹੋਏ ਹਾਂ, ਬੇਚਾਰੇ, ਵਿਚਾਰ ਤੋਂ ਰਹਿਤ ਹਾਂ ਅਸੀਂ। ਸਾਡੀ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਮਨੁੱਖਾ ਹਾਲਤ ਬਿਆਨ ਕਰਦੇ ਹਨ। ਅਨੇਕ ਦੋਸ਼ ਅਰ ਬਹੁਤ ਸਜ਼ਾਈ। ਮਹਾਰਾਜ ਕਹਿੰਦੇ ਨੇ ਅਨੇਕਾਂ ਦੋਸ਼ ਤੇ ਕਈ ਤਰ੍ਹਾਂ ਦੀਆਂ ਸਜ਼ਾਵਾਂ ਜੀਵ ਭੋਗ ਰਿਹਾ ਹੈ। ਸਾਡੇ ਵਿੱਚ ਇੱਕ ਦੋਸ਼ ਨਹੀਂ, ਬਹੁਤ ਦੋਸ਼ ਨੇ। ਸਾਡੇ ਵਿੱਚ ਕੋਈ ਇੱਕ ਛਿੱਦਰ ਨਹੀਂ, ਬਹੁਤ ਛਿੱਦਰ ਨੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ
बड़े सुंदर बचन करते हैं सुखमनी साहिब दे विच। महाराज कहते हैं ये तो परमात्मा की कृपा है कि तेरे विच जिन्ने दोष ने किसी को पता नहीं, तेरे विच जिन्ने औगण ने किसी को पता नहीं। जिह प्रसाद तेरे सगल छिद्र ढाके, मन शरणी पर ठाकुर प्रभ ताकै। जिह प्रसाद तेरे सगल छिद्र ढाके, परमात्मा ने साडे सारे छिद्र ढके हुए ने, साडे सारे गुनाह ढके हुए ने। मेरे मन में की चल रहा किसी को पता नहीं है, मैं की सोच रहा किसी को पता नहीं है, मैं की प्लैनिंग बना रहा किसी को पता नहीं। ये तो परमात्मा की कृपा है। जे किते साडे अंदर की गल दूसरे को पता लगन लग जाए, जे किते हर बंदा अंतरजामी बन जाए, फिर तो पता नहीं किड्डी को मुश्किल खड़ जानी, फिर तो पता नहीं किड्डा को पत्थर खड़ा हो जाना। ये तो परमात्मा की कृपा भी बंदा अंतरजामी नहीं है, बंदा मन की गल नहीं समझ सकता। ये तो परमात्मा की कृपा। महाराज कहते हैं तेरे अंदर अनेकों ही दोष हैं, तो कई तरह दी सजावां भोग रहा है तू। इस तरह महाराज ने कृपा की है। ताकि कीमत कहन ना जाई। महाराज कहते हैं भाई उन्हों की कीमत कही नहीं जा सकती। भाव जिन्ने तेरे विच दोष हैं, जिन्नियां तू सजावां भोग रहा, ਇਹਦੀ कीमत बयान नहीं की जा सकती। ਇਹਨੂੰ ਅਸੀਂ ਅੱਖਰਾਂ ਦੇ ਵਿੱਚ ਕਹਿ नहीं सकते। ਜਿਹੋ जी तेरी हालत है ਉਹਨੂੰ ਅਸੀਂ ਬਿਆਨ ही नहीं कर सकते। इस पूरे पद ਵਿੱਚ महाराज ने साडी हालत ही बयान की है। ਅਸੀਂ ਪਸ਼ੂਆਂ ਵਾਲੀ ਭੂਤਾਂ ਪ੍ਰੇਤਾਂ ਵਾਲੀ ਜੁਨੀ ਭੋਗ ਰਹੇ ਹਾਂ। ਅਸੀਂ ਥਾਨ ਵਿਹੂਣ ਹਾਂ, ਸਾਡਾ ਮਨ ਟਿਕਦਾ ਹੀ ਨਹੀਂ ਹੈ। ਸਾਡੇ ਵਿੱਚ ਅਨੇਕਾਂ ਛਿੱਦਰ ਹਨ, ਕਈ ਤਰ੍ਹਾਂ ਦੀਆਂ ਸਜ਼ਾਵਾਂ ਅਸੀਂ ਭੋਗ ਰਹੇ ਹਾਂ। महाराज कहते ने इस बारे कुछ कहा ही नहीं जा सकता। आप विसरत नरक मह पाया। परमात्मा नू विसारण करके भुलाण करके परमात्मा ने सानू नरक विच पाया है। असी नरक विच क्यों पए हाँ? क्योंकि रब नू भुला दिता है, परमात्मा नू भुला दिता है। यही नरक है। मरण तो बाद ते नरक मिलना या नहीं मिलना अलग गल है, पर असी जिउंदे जी नरक भोग रहे हाँ। ਜਦੋਂ ਸਾਡੇ ਅੰਦਰ ਗੁਨਾਹ ਹੁੰਦੇ ਨੇ, ਪਾਪ ਹੁੰਦੇ ਨੇ, ਬੇਈਮਾਨੀਆਂ ਹੁੰਦੀਆਂ ਨੇ, ਠੱਗੀਆਂ ਠੋਰੀਆਂ ਹੁੰਦੀਆਂ ਨੇ, ਜਦੋਂ ਸਾਡੀ ਮਾੜੀ ਸੋਚ ਹੁੰਦੀ ਅਸੀਂ ਨਰਕ ਭੋਗ ਰਹੇ ਹੁੰਦੇ। ਜਦੋਂ ਅਸੀਂ ਕਿਸੇ ਦੂਸਰੇ ਦਾ ਨੁਕਸਾਨ ਕਰਨਾ ਸੋਚ ਰਹੇ ਹੁੰਦੇ ਹਾਂ ਉਦੋਂ ਅਸੀਂ ਨਰਕ ਭੋਗ ਰਹੇ ਹੁੰਦੇ ਹਾਂ। ਜਦੋਂ ਅਸੀਂ ਕਿਸੇ ਨਾਲ ਠੱਗੀ ਠੋਰੀ ਕਰ ਰਹੇ ਹੁੰਦੇ ਉਦੋਂ ਅਸੀਂ ਨਰਕ ਭੋਗ ਰਹੇ ਹੁੰਦੇ ਹਾਂ। ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ ਭੁਲਾਣ ਕਰਕੇ ਤੂੰ ਜਿਉਂਦਾ ਜੀ ਹੀ ਨਰਕ ਭੋਗ ਰਿਹਾ ਹੈ। ਮਾਤ ਨਾ ਬੰਦ ਨਾ ਮੀਤ ਨਾ ਜਾਇਆ। महाराज कहते ने उत्थे तेरा कोई मित्र, तेरा कोई रिश्तेदार, तेरा कोई पुत्र, तै मात ना बंध ना मीत ना जाया। कोई मित्र जां तेरा जाया तेरा जम्मिया पुत्र कोई तेरी सहायता नहीं कर सकता। तैनू इस नरक दे विचों कोई नहीं कढ सकता। जिहो जिहा नरक तू भोग रहा जिंदगी दे विच, इस नरक विचों तैनू कोई नहीं कढ सकता। हुण महाराज जी ये सब कासे दा हल दसदे हन। की कृपा करते हैं? जिसका होत कृपाल स्वामी। हाँ महाराज कहते ने भाई जिस दे उपर मालक कृपालु हो जाता है, जिस उत्ते परमेश्वर वाहिगुरू कृपा कर दिंदा है, जिस उत्ते मालक खुश हो जाता है, इस तरह महाराज कृपा करते हैं। सो जन नानक पार ग्रामी। महाराज कहते ने वो जन पार ग्रामी हो जाता है, पराए ग्राम ਵਿੱਚ ਪਹੁੰਚ ਜਾਂਦਾ ਹੈ, ਪਰਲੇ ਕਿਨਾਰੇ ਲੱਗ ਜਾਂਦਾ ਹੈ। ਭਾਵ ਜਿਸ ਤਰ੍ਹਾਂ ਦੀ ਅਸੀਂ ਹਾਲਤ ਭੋਗਦੇ ਹਾਂ ਇਸ ਤੋਂ ਕਿਨਾਰਾ ਹੋ ਜਾਂਦਾ ਹੈ, ਜਿਹਦੇ ਉੱਪਰ ਮਾਲਕ ਦੀ ਬਖਸ਼ਿਸ਼ ਹੋ ਜਾਂਦੀ ਹੈ, ਮਾਲਕ ਦੀ ਰਹਿਮਤ ਹੋ ਜਾਂਦੀ ਹੈ, ਮਾਲਕ ਕਿਰਪਾਲੂ ਹੋ ਜਾਂਦਾ ਹੈ। ਪਰਮਾਤਮਾ ਖੁਸ਼ ਹੋ ਕੇ ਸਾਨੂੰ ਇਸ ਨਰਕਮਈ ਜ਼ਿੰਦਗੀ ਦੇ ਵਿੱਚੋਂ ਕੱਢ ਲੈਂਦਾ ਹੈ, ਇਸ ਆਵਾਗਮਨ ਦੇ ਚੱਕਰ ਵਿੱਚੋਂ ਕੱਢ ਲੈਂਦਾ ਹੈ, ਇਹਨਾਂ ਜੂਨੀਆਂ ਦੇ ਵਿੱਚੋਂ ਕੱਢ ਲੈਂਦਾ ਹੈ। ਫਿਰ ਪਰਮਾਤਮਾ ਸਤਿਗੁਰੂ ਦੇ ਨਾਲ ਜੋੜ ਕੇ ਸਾਨੂੰ ਚੰਗੀ ਸੋਚ, ਚੰਗੀ ਵਿਚਾਰ, ਚੰਗੀ ਸੁਰਤੀ, ਚੰਗਾ ਜੀਵਨ ਬਖਸ਼ਿਸ਼ ਕਰਦਾ ਹੈ ਤੇ ਫਿਰ ਸਾਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪਰ ਸਾਰੀ ਵਡਿਆਈ ਸਤਿਗੁਰੂ ਦੀ ਹੈ। ਹਜ਼ੂਰ ਕਹਿੰਦੇ ਨੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾਮ ਸੇਠ। ਭਾਈ ਸਤਿਗੁਰੂ ਹੈ ਜਿਹੜਾ ਦਰਗਾਹ ਦਾ ਵੀ ਵਸੀਠ ਹੈ, ਦਰਗਾਹ ਦਾ ਵੀ ਵਕੀਲ ਹੈ, ਜਿਹੜਾ ਸਾਨੂੰ ਵਿਛੜਿਆਂ ਨੂੰ ਪਰਮਾਤਮਾ ਦੇ ਨਾਲ ਮਿਲਦਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਧ ਸੰਗਤ ਜੀਓ ਆਪ ਜੀ ਨੇ ਬੜੇ ਪਿਆਰ ਬੜੇ ਟਿਕਾਓ ਦੇ ਨਾਲ ਸਰਵਣ ਕੀਤੀ ਹੈ। ਸੋ ਇਸ ਤੋਂ ਅਗਲੇ ਪਦ ਦੀ ਵਿਚਾਰ ਕੱਲ੍ਹ ਨੂੰ ਆਪ ਜੀ ਦੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਪਿਆਰ ਵਿੱਚ ਸਰਬੱਤ ਮਾਈ ਭਾਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।